ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਦੇਖਦਿਆਂ ਹੋਇਆ ਜਿੱਥੇ ਪੂਰੇ ਭਾਰਤ ਦੇਸ਼ ਦੇ ਵਿੱਚ ਭਾਰਤ ਸਰਕਾਰ ਵੱਲੋਂ ਲਾਕਡਾਊਨ ਕੀਤਾ ਗਿਆ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਕਰਫਿਊ ਲਗਾਇਆ ਗਿਆ, ਜਿਸ ਦੇ ਚੱਲਦਿਆਂ ਬੱਚਿਆਂ ਦੇ ਜਿਹੜੇ ਸਟੱਡੀ ਇੰਸਟੀਟਿਊਸ਼ਨ ਸਨ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲਿਆ। ਫਿਰ ਭਾਵੇਂ ਆਪਾਂ ਗੱਲ ਕਰੀਏ ਇੰਜੀਨੀਅਰਿੰਗ ਕਾਲਜ ਦੀ, ਮੈਨੇਜਮੈਂਟ ਕਾਲਜ ਦੀ ਜਾਂ ਫਿਰ ਕਿਸੇ ਵੀ ਹੋਰ ਗਰੁੱਪ ਦੀ, ਤਾਂ ਉਹਨਾਂ ਨੂੰ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ, ਜਿਸ ਦੀ ਕਿ ਭਰਪਾਈ ਸ਼ਾਇਦ ਕਰਨਾ ਥੋੜ੍ਹੀ ਜਿਹੀ ਮੁਸ਼ਕਿਲ ਹੋ ਜਾਏਗੀ, ਕਿਉਂਕਿ ਜਿਹੜੇ ਸਟੂਡੈਂਟਸ ਇਹਨਾਂ ਇੰਸਟੀਟਿਊਸ਼ਨਸ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਉਹ ਪੜ੍ਹਾਈ ਦਾ ਨੁਕਸਾਨ ਜ਼ਰੂਰ ਹੋਇਆ। ਹਾਲਾਂਕਿ ਇਹਨਾਂ ਇੰਸਟੀਟਿਊਸ਼ਨਸ ਨੇ ਆਨਲਾਈਨ ਸਟੱਡੀਜ਼ ਦੇ ਰਾਹੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਤੱਕ ਉਹਨਾਂ ਦੇ ਸਟੱਡੀ ਮੋਡਿਊਲਸ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਫਿਰ ਵੀ ਹੋਰ ਕੀ ਦਿੱਕਤਾਂ ਆਈਆਂ ਨੇ ਇਹਨਾਂ ਇੰਸਟੀਟਿਊਸ਼ਨਸ ਨੂੰ ਚਲਾਉਣ ਦੇ ਵਿੱਚ ਡਿਊਰਿੰਗ ਦ ਲਾਕਡਾਊਨ। ਇਸ ਬਾਰੇ 'ਚ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਡਾਕਟਰ ਰਾਜੇਸ਼, ਜੋ ਕਿ ਡਾਇਰੈਕਟਰ ਨੇ APJ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਦੇ। ਆਓ ਅਸੀਂ ਇਹਨਾਂ ਨਾਲ ਗੱਲ ਕਰ ਲੈਂਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਦਾ ਜਿਹੜਾ ਲਾਕਡਾਊਨ ਜਿਹਨੂੰ ਲਗਭਗ 2 ਮਹੀਨੇ ਹੋਣ ਨੂੰ ਆਏ ਨੇ, ਇਸ ਦੌਰਾਨ ਇਹਨਾਂ ਦੇ ਇੰਸਟੀਟਿਊਟ ਨੂੰ ਕਿਹੜੀਆਂ ਜਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ TV ਤੇ। ਪਹਿਲਾ ਮੇਰਾ ਸਵਾਲ ਇਹੀ ਆਉਂਦਾ, ਕਿਉਂਕਿ ਲਾਕਡਾਊਨ ਨੂੰ ਹੁਣ ਲਗਭਗ 2 ਮਹੀਨੇ ਹੋਣ ਨੂੰ ਆ ਚੁੱਕੇ ਹੋਣ ਤੇ 2 ਮਹੀਨੇ ਦੇ ਵਿੱਚ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਚਲੋ ਇੰਸਟੀਟਿਊਸ਼ਨਸ ਨੇ ਆਨਲਾਈਨ ਸਟੱਡੀਜ਼ ਦੇ ਰਾਹੀਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਤੁਹਾਨੂੰ ਕੀ ਲੱਗਦਾ ਹੈ ਹੋਰ ਕਿਹੜੇ ਤਰੀਕੇ ਦੇ ਜਿਹੜੇ ਨੁਕਸਾਨ ਨੇ ਇਹਨਾਂ ਇੰਸਟੀਟਿਊਸ਼ਨਸ ਨੂੰ ਝੇਲਣੇ ਪਏ ਨੇ ਡਿਊਰਿੰਗ ਦਿਸ ਲਾਕਡਾਊਨ? ਲਾਕਡਾਊਨ ਦੇ ਦੌਰਾਨ ਕੋਵਿਡ-19 ਜਿਹੜਾ ਇੰਪੈਕਟ ਹੈ ਉਹ ਮਾਰਕੀਟ 'ਤੇ, ਇਕੋਨਮੀ 'ਤੇ ਹਰ ਤਰ੍ਹਾਂ ਦੇ ਨਾਲ ਬਹੁਤ ਬੁਰੀ ਤਰ੍ਹਾਂ ਅਫੈਕਟ ਕਰ ਰਿਹਾ ਹੈ, ਔਰ ਇਸ ਦੇ ਲਈ ਬਹੁਤ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ, ਬਟ ਹਾਲੇ ਇਨ ਨੀਅਰ ਫਿਊਚਰ ਇਹਦਾ ਰੁਕਾਵਟ ਤੇ ਰੋਕਥਾਮ ਲਈ ਬਹੁਤ ਸਾਰੇ ਐਫਰਟਸ ਤਾਂ ਕੀਤੇ ਜਾ ਰਹੇ ਹਨ। ਤੁਸੀਂ ਗੱਲ ਕੀਤੀ ਹੈ ਅਬਾਊਟ losses to the institutions or something about study. Majority of institutions, those are not having good infrastructure with regard to technology and all that. ਉੱਥੇ ਕਿਤੇ ਨਾ ਕਿਤੇ ਇਹ ਚੀਜ਼ਾਂ ਦਾ, ਪੜ੍ਹਾਈ ਦਾ ਬੱਚਿਆਂ ਨੂੰ ਬੜਾ ਨੁਕਸਾਨ ਵੀ ਹੋ ਰਿਹਾ ਹੈ, ਬਟ ਇਨ ਆਰ ਕੇਸ APJ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ, ਸਾਡੀ APJ ਐਜੂਕੇਸ਼ਨ ਸੁਸਾਇਟੀ ਦਾ 97 ਦੇ ਵਿੱਚ ਇਹ ਕਾਲਜ ਐਗਜ਼ਿਸਟੈਂਸ ਦੇ ਵਿੱਚ ਆਇਆ ਸੀ। ਇਨ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਐਜੂਕੇਸ਼ਨ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਅਬਾਊਟ ਆਨਲਾਈਨ ਟੀਚਿੰਗ ਦੇ ਵਿੱਚ ਬਹੁਤ ਟੀਚਿੰਗ ਫਰਟਰਨਿਟੀ ਹੈ, ਜਿਹੜੀ ਸਾਡੀ ਟੀਚਿੰਗ ਫੈਕਲਟੀਜ਼ ਹੈ, ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਉਹਨਾਂ ਨੇ ਬਹੁਤ ਜ਼ਿਆਦਾ ਪੇਨ ਲੈ ਕੇ ਬੱਚਿਆਂ ਦੇ ਨਾਲ ਰਾਬਤਾ ਕਾਇਮ ਕੀਤਾ ਹੈ। APJ ਦਾ ਜੇ ਅਸੀਂ ਉਪਰਾਲਾ ਕਹੀਏ ਕਿ APJ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਨੇ 2 ਤਰ੍ਹਾਂ ਦੇ ਮੋਡਿਊਲ ਨਾਲ ਕੰਮ ਸ਼ੁਰੂ ਕੀਤਾ। ਇੱਕ ਤਾਂ ਸੀ ਜ਼ੂਮ ਆਨਲਾਈਨ ਕਲਾਸ ਲਰਨਿੰਗ, ਦੂਸਰਾ ਉਹਦੇ ਨਾਲ ਮੂਡਲ ਇੱਕ ਇੰਟਰਨੈਸ਼ਨਲ ਪਲੇਟਫਾਰਮ ਹੈ ਜਿਹਦੇ ਵਿੱਚ ਹਰ ਬੱਚਾ ਆਪਣਾ ਲੌਗਇਨ ਰੱਖ ਕੇ every kind of study material can be provided to students through the Moodle platform, and further simultaneously the Zoom classes are being conducted for all the students. There is a lesser loss in case of management and engineering colleges because students are mature one. Students, they are going for their professional degrees, and professional students, they are somehow responsible and they understand the dynamics and they understand the requirement of immediate teaching. ਇਹਦੇ ਵਿੱਚ ਮੈਂ ਸਟੂਡੈਂਟਸ ਦਾ ਵੀ ਬਹੁਤ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਵੀ ਇਸ ਟਫ ਟਾਈਮ ਦੇ ਵਿੱਚ ਬਹੁਤ ਅੱਛਾ ਕੋਆਪਰੇਟ ਕੀਤਾ, ਔਰ ਉਹਨਾਂ ਨੇ ਬਹੁਤ ਜ਼ਿਆਦਾ ਕਿਉਰਿਓਸਿਟੀ ਨਾਲ ਬਹੁਤ ਅੱਛੇ ਤਰੀਕੇ ਨਾਲ ਕਲਾਸਾਂ ਅਟੈਂਡ ਕਰਨ ਦੀ ਕੋਸ਼ਿਸ਼ ਕੀਤੀ, ਆਪਣੇ ਡਾਊਟ ਸੈਸ਼ਨ ਕਲੀਅਰ ਕੀਤੇ ਇਮੀਡੀਏਟਲੀ। ਰੀਜ਼ਨ ਬੀਇੰਗ ਕਿ ਸੈਸ਼ਨ 30 ਅਪ੍ਰੈਲ ਤੱਕ ਸੀ, ਪਰ ਬੱਚਿਆਂ ਨੇ ਕਲਾਸਿਸ ਨੂੰ, ਆਪਣੇ ਡਾਊਟ ਸੈਸ਼ਨ ਨੂੰ 15 ਮਈ ਤੱਕ ਲੈ ਕੇ ਗਏ। ਉਸ ਤੋਂ ਬਾਅਦ ਬੱਚਿਆਂ ਨੇ ਇਮੀਡੀਏਟਲੀ ਸਮਰ ਇੰਟਰਨਸ਼ਿਪ 'ਤੇ ਜਾਣਾ ਸੀ, ਉਹਦੇ ਰਿਗਾਰਡਿੰਗ AICT ਆਲ ਇੰਡੀਆ ਕਾਉਂਸਲ ਫॉर ਟੈਕਨੀਕਲ ਐਜੂਕੇਸ਼ਨ ਅਤੇ ਸਾਡੀ ਸਟੇਟ ਟੈਕਨੀਕਲ ਯੂਨੀਵਰਸਿਟੀ IKG PTU, ਉਹਨਾਂ ਨੇ ਇੱਕ ਬਹੁਤ ਹੀ ਅੱਛਾ ਉਪਰਾਲਾ ਕੀਤਾ ਕਿ ਜਿਹਦੇ ਵਿੱਚ ਬੱਚਿਆਂ ਨੂੰ MOOCs 'ਤੇ ਜਾਂ NPTEL ਜਾਂ ਸਵਯੰ ਪੋਰਟਲ 'ਤੇ ਬਹੁਤ ਸਾਰੇ ਕੋਰਸਿਸ ਮੁਹੱਈਆ ਕਰਵਾਏ ਕਿ ਉਹ ਬੱਚੇ ਆਪਣਾ ਲਾਕਡਾਊਨ ਦੇ ਵਿੱਚ ਫਿਜ਼ੀਕਲੀ ਡਿਸਟੈਂਸ ਰੱਖ ਕੇ ਆਰਗੇਨਾਈਜੇਸ਼ਨਸ ਨਾਲ ਦੇ ਆਰ ਅੰਡਰਗੋਇੰਗ ਸਮਰ ਇੰਟਰਨਸ਼ਿਪ ਪ੍ਰੋਗਰਾਮ।
ਸਮਰ ਇੰਟਰਨਸ਼ਿਪ ਪ੍ਰੋਗਰਾਮ ਇੱਕ ਇੰਜੀਨੀਅਰਿੰਗ ਤੇ ਮੈਨੇਜਮੈਂਟ ਦੇ ਵਿੱਚ ਇਟ ਇਜ਼ ਅ 4 to 6 ਵੀਕ ਪ੍ਰੋਗਰਾਮ ਕਿ ਜਿਹੜਾ ਹਰ ਬੱਚੇ ਲਈ ਮੈਂਡੇਟਰੀ ਹੁੰਦਾ ਹੈ ਔਰ ਨਾਓ ਸਟੂਡੈਂਟਸ ਦੇ ਆਰ ਅੰਡਰਗੋਇੰਗ ਦੋ ਸਮਰ ਇੰਟਰਨਸ਼ਿਪ ਪ੍ਰੋਗਰਾਮ ਸੋ this way we can say ki there is a lesser loss with regard to studies and with regard to the summer internship program. So now university ਦਾ ਉਪਰਾਲਾ ਹੈ ਕਿ they are thinking of conducting the final end semester examination in the first week of July. And they are thinking कि in case if lockdown persists for long, they are offering two modules. First is the online examination and in case requirement will be and offline examination it is also possible. But depending upon the circumstances कि ਕੀ circumstances ਬਣਨਗੇ ਜਾਂ ਕਿਸ ਤਰ੍ਹਾਂ ਦੇ ਨਾਲ ਇਹ ਚੱਲੇਗਾ. ਸੋ ਮੇਰਾ ਹੀ ਇਹਦੇ ਤੇ ਟੇਕ ਸੀ. ਜੇਕਰ ਆਪਾਂ ਤੁਸੀਂ ਗੱਲ ਕੀਤੀ ਆਨਲਾਈਨ ਐਗਜ਼ਾਮੀਨੇਸ਼ਨਸ ਦੀ, ਤੁਹਾਨੂੰ ਕੀ ਲੱਗਦਾ ਜਿਹੜੇ ਆਨਲਾਈਨ ਐਗਜ਼ਾਮੀਨੇਸ਼ਨਸ ਹੈ ਉਹਨੂੰ ਕਿਸ ਤਰੀਕੇ ਨਾਲ ਕੰਡਕਟ ਕੀਤਾ ਜਾ ਸਕਦਾ ਹੈ ਕਿ ਉਹ MCQs ਹੋਣਗੇ ਜਾਂ ਨਾਰਮਲ ਵੱਡੇ ਕੁਐਸਚਨਸ ਹੋਣਗੇ? ਤੇ ਦੂਜਾ ਸਵਾਲ ਇਹ ਉੱਤੇ ਹੁੰਦਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਆਨਲਾਈਨ ਐਗਜ਼ਾਮੀਨੇਸ਼ਨਸ ਜੇ ਆਪਾਂ ਬਾਈ ਚਾਂਸ ਕੰਡਕਟ ਹੋ ਜਾਂਦੇ ਆ ਤੇ ਉਹ ਕਿਸ ਪੋਸੀਬਲ ਹੋ ਪਾਉਣਗੇ? ਕਿਉਂਕਿ ਆਨਲਾਈਨ ਤਾਂ ਬੱਚਾ ਘਰ ਬਹਿ ਕੇ ਐਗਜ਼ਾਮੀਨੇਸ਼ਨ ਦੇਗਾ, ਜਾਂ ਤਾਂ ਫਿਰ ਕੋਈ ਐਸਾ ਪਰਟੀਕੂਲਰ ਇੰਸਟੀਟਿਊਸ਼ਨ ਜਾਂ ਐਸੀ ਕੋਈ ਜਗ੍ਹਾ ਜਿੱਥੇ ਕੀਤੀ ਜਾਵੇ ਜਿੱਥੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖ ਕੇ ਆਨਲਾਈਨ ਐਗਜ਼ਾਮੀਨੇਸ਼ਨ ਹੋਣ ਤੇ ਗੱਲ ਵੀ ਕੀਤੀ ਜਾ ਸਕਦੀ, ਪਰ ਘਰ ਬਹਿ ਕੇ ਜੇ ਬੱਚਾ ਐਗਜ਼ਾਮੀਨੇਸ਼ਨ ਦੇ ਸਕਦਾ? ਜਿਹੜਾ ਆਨਲਾਈਨ ਐਗਜ਼ਾਮੀਨੇਸ਼ਨ ਦੀ ਤੁਸੀਂ ਗੱਲ ਕਰ ਰਹੇ ਇਹਦੇ ਤੇ ਬਹੁਤ ਸਾਰੇ ਮੋਡਿਊਲ ਹੈ. ਜਿਸ ਤਰ੍ਹਾਂ APJ ਮੋਡਲ ਪੇਡ ਪਲੇਟਫਾਰਮ ਯੂਜ਼ ਕਰ ਰਿਹਾ ਔਰ ਉਹਦੇ ਤੇ APJ ਐਜੂਕੇਸ਼ਨ ਸੁਸਾਇਟੀ ਨੇ ਬਹੁਤ ਲੱਖਾਂ ਰੁਪਏ ਇਹਦੇ ਤੇ ਖਰਚੇ ਵੀ ਹੈ. ਮੋਡਲ ਦੇ ਵਿੱਚ ਇੱਕ ਬਹੁਤ ਅੱਛੇ ਪਲੇਟਫਾਰਮ ਦੇ ਵਿੱਚ ਬਹੁਤ ਅੱਛੀ ਫੈਸਿਲਿਟੀਜ਼ ਹੈ ਕਿ MCQs ਦੇ ਨਾਲ ਨਾਲ ਫਿਗਰ ਵਰਕ ਐਂਡ ਆਲ ਦੈਟ ਐਂਡ ਐਕਸਪਲੇਨੇਟਰੀ ਨੋਟਸ ਐਂਡ ਕੁਐਸਚਨਸ ਕੈਨ ਆਲਸੋ ਬੀ ਅਟੈਂਪਟਡ. ਅੱਜ ਹੀ ਮੈਂ ਨਿਊਜ਼ ਪੜ੍ਹ ਰਿਹਾ ਸੀ ਕਿ IIT ਦਿੱਲੀ ਨੇ ਆਪਣਾ ਓਪਨ ਬੁੱਕ ਸਿਸਟਮ ਦੇ ਤਹਿਤ ਐਗਜ਼ਾਮੀਨੇਸ਼ਨ ਕਰਨ ਦਾ ਪਲਾਨ ਕੀਤਾ ਹੈ. ਉਸੇ ਤਰ੍ਹਾਂ ਹੀ ਇਹਦੇ ਤੇ ਸਾਡੀਆਂ ਬੋਰਡ ਆਫ ਸਟੱਡੀਜ਼, ਸਾਡੀਆਂ ਅਕੈਡਮਿਕ ਬਾਡੀਜ਼ ਦੇ ਆਰ ਪਲੈਨਿੰਗ. ਜਿਸ ਤਰ੍ਹਾਂ 2 ਦਿਨ ਪਹਿਲਾਂ ਸਾਡੇ IKJPTU ਦੀ ਨਾਲ ਮੀਟਿੰਗ ਹੋਈ ਜਿਹਦੇ ਵਿੱਚ ਉਹਨਾਂ ਨੇ ਕਾਫੀ ਇੱਕ ਅੱਛਾ ਡਾਕੂਮੈਂਟ ਤਿਆਰ ਕਰ ਰਿਹਾ ਜਿਹਦੇ ਵਿੱਚ ਉਹ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਇੱਕ ਬਣਾ ਰਿਹਾ ਕਿ ਹਾਊ ਟੂ ਕੰਡਕਟ ਆਨਲਾਈਨ ਐਗਜ਼ਾਮੀਨੇਸ਼ਨ. ਉਹਦੇ ਵਿੱਚੋਂ ਕਈ ਪੈਰਾਮੀਟਰਸ ਲੈ ਕੇ ਆ ਰਹੇ ਕਿ ਕਿੰਨੇ ਮਿੰਟ ਦਾ ਟੈਸਟ ਹੋਏਗਾ, 60 ਕੁਐਸਚਨਸ MCQs ਹੋ ਗਏ, ਟਾਈਮ ਕਿਸ ਤਰ੍ਹਾਂ ਦੇਣਾ ਹੈ, ਇੱਕ ਕੁਐਸਚਨ ਪਹਿਲਾਂ ਜਦੋਂ ਡਿਸਪਲੇ ਹੋਏਗਾ ਬੱਚਾ ਉਹਨੂੰ ਅਟੈਂਪਟ ਕਰੇਗਾ, ਓਨਲੀ ਦੈਨ ਦੇ ਵਿਲ ਗੋ ਟੂ ਦ ਨੈਕਸਟ ਕੁਐਸਚਨ ਐਂਡ ਰੀਸ਼ਫਲਿੰਗ ਆਪਸ਼ਨਸ ਆਰ ਅਵੇਲੇਬਲ. ਸੋ ਮੈਨੀ ਟੈਕਨੀਕਸ ਆਰ ਅਵੇਲੇਬਲ ਸੋ ਦੈਟ ਸਕਸੈਸਫੁਲੀ ਆਨਲਾਈਨ ਐਗਜ਼ਾਮੀਨੇਸ਼ਨ ਕੈਨ ਆਲਸੋ ਬੀ ਕੰਡਕਟਡ. ਸੋ ਇਹਦੇ ਤੇ ਜਿਹੜਾ ਪੂਰਾ ਡਰਾਫਟ ਹੈ ਮੇਰੇ ਹਿਸਾਬ ਨਾਲ ਨੈਕਸਟ 3-4 ਦਿਨਾਂ ਦੇ ਵਿੱਚ ਜਾਂ ਨੈਕਸਟ ਵੀਕ ਤੱਕ ਇਹ ਡਰਾਫਟ ਤਿਆਰ ਹੋ ਕੇ ਆ ਜਾਏਗਾ ਕਿ ਇਹ ਸਾਰੇ ਆਨਲਾਈਨ ਐਗਜ਼ਾਮੀਨੇਸ਼ਨ ਅਗਰ ਕੰਡਕਟ ਕੀਤੇ ਜਾਣ ਤੇ ਕਿਸ ਤਰ੍ਹਾਂ ਕੀਤੇ ਜਾਣ. ਜੇ ਮੈਂ ਆਪਣੇ ਇੰਸਟੀਟਿਊਸ਼ਨ ਦੀ ਗੱਲ ਕਰਾਂ APJ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਦੀ, ਤੇ ਅਸੀਂ ਆਪਣੇ ਇੰਟਰਨਲ ਐਵੈਲੂਏਸ਼ਨ ਵਾਸਤੇ ਇਹਦਾ ਇੱਕ ਸਰਵੇ ਕਰਕੇ ਆਪਣਾ ਐਗਜ਼ਾਮੀਨੇਸ਼ਨ ਅਸੀਂ ਕਰਵਾਏ ਵੀ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ 30 ਕੁਐਸਚਨਸ ਟੂ ਬੀ ਅਟੈਂਪਟਡ ਇਨ 30 ਮਿੰਟਸ ਓਨਲੀ ਕਿ ਜਸਟ ਟੂ ਹੈਵ ਮੌਕ ਸੌਰਟ ਆਫ ਐਟਮੋਸਫੇਅਰ ਕਿ ਉਹ ਬੱਚਿਆਂ ਦੇ ਇੰਟਰਨਲ ਐਵੈਲੂਏਸ਼ਨ ਦੇ ਹਿਸਾਬ ਨਾਲ ਉਹਨਾਂ ਨੇ ਬੱਚਿਆਂ ਨੇ ਇੱਕ ਪ੍ਰੈਕਟਿਸ ਵੀ ਕੀਤੀ ਹੈ. ਤੋ ਆਈ ਐਮ ਹੋਪਫੁਲ ਕਿ ਜੇ ਯੂਨੀਵਰਸਿਟੀ ਉਹਦੇ ਤੇ ਕੁਝ ਰੂਲਸ ਰੈਗੂਲੇਸ਼ਨਸ ਅੱਛੇ ਬਣਾ ਕੇ ਜਿਹਦੇ ਵਿੱਚ ਕਾਫੀ ਅਕੈਡਮਿਕ ਬਾਡੀਜ਼ ਪਾਰਟਿਸਿਪੇਟ ਕਰ ਰਹੀਆਂ ਤੇ ਉਹ ਕੀਤਾ ਜਾਏਗਾ ਤੇ ਉਹ ਸਿਸਟਮ ਸਕਸੈਸਫੁਲ ਵੀ ਹੋ ਸਕਦਾ ਹੈ. ਸੋ we are learning from the western technology as well ਕਿ how they people are conducting. reason being in western countries ਤਾਂ ਬੜੇ ਸਾਲਾਂ ਤੋਂ ਆਨਲਾਈਨ ਟੀਚਿੰਗ ਵੀ ਚੱਲ ਰਹੀ ਹੈ ਔਰ ਬਹੁਤ ਅੱਛਾ ਚੱਲ ਰਿਹਾ ਹੈ ਔਰ ਉਸ ਹਿਸਾਬ ਨਾਲ ਅਸੀਂ ਉਹਦੇ ਵਿੱਚ ਇੰਪਰੂਵਮੈਂਟ ਡੇ ਬਾਈ ਡੇ ਇੰਪਰੂਵਮੈਂਟ ਕਰ ਰਹੇ ਹਾਂ. ਬਟ ਇਹਦੇ ਵਿੱਚ ਅਗੇਨ ਜਿਹੜਾ ਰੋਲ ਟੀਚਰਸ ਦਾ ਹੈ ਮੈਂ ਉਸ ਚੀਜ਼ ਨੂੰ ਬਹੁਤ ਹਾਈਲਾਈਟ ਕਰਨਾ ਚਾਹਾਂਗਾ ਕਿ ਟੀਚਰਸ ਨੇ ਇਸ ਦੌਰਾਨ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਕੰਮ ਕਰਨਾ ਪਿਆ ਹੈ ਕਿਉਂਕਿ ਉਹਨਾਂ ਨੂੰ ਕਾਫੀ ਸਾਰੀਆਂ PPTs ਪ੍ਰੈਜੈਂਟੇਸ਼ਨ ਮੋਡਿਊਲਸ ਬਣਾ ਕੇ ਇਮੀਡੀਏਟਲੀ ਬਣਾਉਣੇ ਪਏ. ਸੋ ਵਰਕਿੰਗ ਫਰੋਮ ਹੋਮ ਅੰਡਰ ਦਿਸ ਟਫ ਟਾਈਮ ਪੀਰੀਅਡ ਇਹ ਕਈ ਵਾਰੀ ਡਿਫਿਕਲਟ ਵੀ ਹੋ ਜਾਂਦਾ ਹੈ ਬਟ ਦੇ ਆਰ ਡੂਇੰਗ ਇਟ. ਸੋ ਦਿਸ ਇਜ਼ ਮਾਈ ਰੀਅਲ ਸਲੂਟ ਟੂ ਜਿਸ ਤਰ੍ਹਾਂ ਅਸੀਂ ਡਾਕਟਰਸ ਨੂੰ ਕਹਿ ਰਹੇ ਹਾਂ ਦੇ ਆਰ ਫਰੰਟ ਲਾਈਨ ਵਾਰੀਅਰਸ ਐਂਡ ਆਲ ਦੈਟ, ਉਸੇ ਤਰ੍ਹਾਂ ਹੀ ਟੀਚਰਸ ਕਮਿਊਨਿਟੀ ਟੀਚਿੰਗ ਕਮਿਊਨਿਟੀ ਵੀ ਬਹੁਤ ਅੱਛਾ ਜਿਹੜਾ ਹੈ ਉਪਰਾਲਾ ਕਰ ਰਹੀ ਹੈ ਕਿ ਬੱਚਿਆਂ ਨੂੰ ਤਾਂ ਕਿ ਉਹਨਾਂ ਨੂੰ ਦੇਰ ਸ਼ੁੱਡ ਬੀ ਲੈਸਰ ਲਾਸ ਆਫ ਸਟੱਡੀਜ਼ ਔਰ ਐਨੀਥਿੰਗ ਐਲਸ. ਕਿਹਾ ਜਾਂਦਾ ਹੈ ਕਿ ਜਿਹੜੀ ਇੰਜੀਨੀਅਰਿੰਗ ਦੀ ਸਟੱਡੀਜ਼ ਹੁੰਦੀਆਂ ਨੇ ਜਾਂ ਮੈਨੇਜਮੈਂਟ, ਚਲੋ ਮੈਨੇਜਮੈਂਟ ਦੀ ਜਿਹੜੀ ਸਟੱਡੀ ਹੈ ਲਗਭਗ ਆਪਾਂ ਮੰਨ ਲੈਂਦੇ ਕਿ ਥਿਊਰੀਜ਼ ਦੇ ਉੱਤੇ ਡਿਪੈਂਡੈਂਟ ਹੁੰਦੇ ਨੇ, ਪਰ ਜਿਹੜੀਆਂ ਇੰਜੀਨੀਅਰਿੰਗ ਸਟੱਡੀਜ਼ ਹੁੰਦੀਆਂ ਨੇ ਉਹਦੇ ਵਿੱਚ ਪ੍ਰੈਕਟੀਕਲ ਜਿਹੜਾ ਹੈ ਉਹ ਕਾਫੀ ਵੱਡਾ ਰੋਲ ਰੱਖਦਾ ਹੈ. ਤੁਹਾਨੂੰ ਕੀ ਲੱਗਦਾ ਆਨਲਾਈਨ ਸਟੱਡੀਜ਼ ਦੇ ਨਾਲ ਜਿਹੜੀ ਇਹਨਾਂ ਦੇ ਪ੍ਰੈਕਟੀਕਲ ਸਟੱਡੀਜ਼ ਉੱਤੇ ਵੀ ਕੋਈ ਨਾ ਕੋਈ ਅਸਰ ਪਿਆ ਹੋਏਗਾ? ਪ੍ਰੈਕਟੀਕਲ ਸਟੱਡੀਜ਼ ਤੇ ਜਿਹੜਾ ਪ੍ਰੈਕਟੀਕਲ ਕੰਡਕਟ ਆਫ ਪ੍ਰੈਕਟੀਕਲ ਹੈ ਇਹਦੇ ਲਈ ਡਿਫਰੈਂਟ ਫਾਰਮੈਟਸ ਤੇ ਡਿਫਰੈਂਟ ਟੈਕਨੀਕਸ ਨਾਲ ਇਹਨੂੰ ਕੀਤਾ ਜਾ ਸਕਦਾ ਹੈ. ਜਿਸ ਤਰ੍ਹਾਂ ਫੋਰ ਐਗਜ਼ਾਮਪਲ ਜਿਹੜੇ ਬੱਚਿਆਂ ਦਾ ਫਾਈਨਲ ਰਿਸਰਚ ਪ੍ਰੋਜੈਕਟ ਪ੍ਰੈਜੈਂਟੇਸ਼ਨ ਹੁੰਦੀਆਂ ਉਹ ਜ਼ੂਮ ਤੇ ਬੱਚੇ ਪ੍ਰੈਜ਼ੈਂਟ ਕਰ ਰਹੇ. ਈਵਨ ਜਿਹੜਾ ਆਪਾਂ ਪ੍ਰੈਕਟੀਕਲ ਐਂਡ ਵਾਈਵਾ ਇਹਦੇ ਬਾਰੇ ਆਪਾਂ ਕੋਈ ਗੱਲ ਕਰੀਏ
ਤੇ ਫੋਰ ਐਗਜ਼ਾਮਪਲ ਹੁਣੇ ਪੀਟੀਯੂ ਨੇ ਈਵਨ ਜਿਹੜਾ PhD ਵਾਈਵਾਜ਼ ਐਂਡ ਆਲ ਦੈਟ ਜਾਂ ਸਮਥਿੰਗ ਲਾਈਕ ਦਿਸ ਇਸ ਤਰ੍ਹਾਂ ਦਾ ਹੈ, ਉਹਨਾਂ ਨੂੰ ਆਨਲਾਈਨ ਬਹੁਤ ਵਧੀਆ ਐਂਡ ਉਹਦੇ 'ਚ ਬਹੁਤ ਅੱਛਾ ਇੱਕ ਬਣ ਰਿਹਾ ਹੈ ਕਿ ਉਹਦੀ ਪੂਰੀ ਰਿਕਾਰਡਿੰਗ ਵੀ ਹੁੰਦੀ ਹੈ ਤੇ ਜਿਹਦੇ ਵਿੱਚ ਯੂ ਕੈਨ ਹੈਵ ਬੈਟਰ ਰਿਕਾਰਡ ਦੈਨ ਈਵਨ ਦਾ ਫਿਜ਼ੀਕਲ। ਜਿਸ ਤਰ੍ਹਾਂ AICTE ਆਲ ਇੰਡੀਆ ਕਾਉਂਸਲ ਫॉर ਟੈਕਨੀਕਲ ਐਜੂਕੇਸ਼ਨ ਨੇ ਨਵੇਂ ਇੰਸਟੀਟਿਊਸ਼ਨਸ ਦੀ ਅਪਰੂਵਲ ਦੇਣੀ ਸੀ ਜਾਂ ਕੁਝ ਕਰਨਾ ਸੀ। AICTE ਨੇ ਆਲ ਇੰਡੀਆ ਸੈਂਟਰਲ ਗਵਰਨਮੈਂਟ ਨੇ ਬਣਾਇਆ ਇੱਕ ਪਲੇਟਫਾਰਮ ਕਿ ਫਿਜ਼ੀਕਲੀ ਕਿਸੇ ਵੀ ਇੰਸਟੀਟਿਊਸ਼ਨ ਦੀ ਉਹਨਾਂ ਨੇ ਚੈਕਿੰਗ ਕਰਨੀ ਹੈ ਤੇ ਉਹ ਵਿਦ ਲੌਂਗੀਟਿਊਡ ਲੈਟੀਟਿਊਡ, ਤਾਂ ਕਿ ਉਹਨਾਂ ਨੇ ਤੁਹਾਡਾ ਇਨਫਰਾਸਟ੍ਰਕਚਰ ਚੈੱਕ ਕਰਨਾ ਹੈ, ਕੁਝ ਕਰਨਾ ਹੈ ਐਂਡ ਯੂ ਕੈਨ ਗੋ ਫॉर दैट। ਔਰ ਉਹਨਾਂ ਨੇ ਉਹਦੇ ਲਈ ਪੂਰਾ ਇੱਕ ਪੈਰਾਮੀਟਰ ਬਣਾ ਕੇ, ਦਾਇਰਾ ਬਣਾ ਕੇ ਦੱਸਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਉਹ ਸਰਵੇ ਕਰ ਸਕਦੇ ਹਾਂ ਜਾਂ ਕਰ ਸਕਦੇ ਹਾਂ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹਾਂ ਥੋੜ੍ਹਾ ਬਹੁਤ ਜੋ ਰੀਅਲ ਲਰਨਿੰਗ ਹੈ ਪ੍ਰੈਕਟੀਕਲ ਦੀ, ਦੈਟ ਮੇ ਬੀ ਡਿਫਿਕਲਟ ਇਨ ਲੈਬਸ, ਬਟ ਜਿਹੜਾ ਇੱਕ ਉਹਦੀ ਪ੍ਰੈਜੈਂਟੇਸ਼ਨ ਹੈ ਜਾਂ ਬੱਚਿਆਂ ਦੀ ਅੰਡਰਸਟੈਂਡਿੰਗ ਹੈ ਉਹ ਜ਼ੂਮ ਵੀਡੀਓ ਕਾਨਫਰੰਸਿੰਗ ਐਂਡ ਸਕਾਈਪ ਜਾਂ ਸਿਸਕੋ ਵੈਬਐਕਸ ਇਹਨਾਂ 'ਤੇ ਬਹੁਤ ਅੱਛਾ ਯੂਜ਼ਫੁਲ ਹੋ ਕੇ ਇਹ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਪ੍ਰਾਈਵੇਟ ਇੰਸਟੀਟਿਊਸ਼ਨਸ ਇਦਾਂ ਦੇ ਦੇਖੇ ਗਏ ਨੇ ਜਿਹੜੇ ਕਿ ਜਿਹਨਾਂ ਨੂੰ ਆਪਾਂ ਗੱਲ ਕਰੀਏ ਤੇ ਉਹ ਫੀਸ ਦੇ ਮਾਮਲੇ ਵਿੱਚ ਜਿਹੜੇ ਟੀਚਰ, ਤੁਸੀਂ ਜਿੱਦਾਂ ਦੱਸਿਆ ਕਿ ਟੀਚਰਸ ਬਹੁਤ ਜ਼ਿਆਦਾ ਮਿਹਨਤ ਨਾਲ ਆਨਲਾਈਨ ਵੀ ਪੜ੍ਹਾ ਰਹੇ ਨੇ, ਫੀਸ ਦੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈ ਉਹਨਾਂ ਨੇ ਸਵਾਲ ਚੱਕੇ। ਉਸ ਤੋਂ ਬਾਅਦ ਜਿਹੜੇ ਟੀਚਰਸ ਉੱਥੇ ਪੜ੍ਹਾ ਰਹੇ ਨੇ ਉਹਨਾਂ ਦੀ ਸੈਲਰੀਜ਼ ਦੇ ਉੱਤੇ ਕਈ ਉਹਨਾਂ ਨੂੰ ਪ੍ਰੋਬਲਮਸ ਆਈਆਂ। ਕੀ ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਇਸ ਨਜ਼ਰੀਏ ਨਾਲ ਕਿ ਆਪਾਂ ਨੂੰ ਇਹ ਅੰਡਰਸਟੈਂਡ ਕਰਨਾ ਚਾਹੀਦਾ ਹੈ ਕਿ ਜਿਹੜਾ ਟੀਚਿੰਗ ਕਮਿਊਨਿਟੀ ਵੀ ਹੈ ਜਾਂ ਜਿੰਨੀਆਂ ਵੀ ਐਜੂਕੇਸ਼ਨਲ ਬਾਡੀਜ਼ ਵੀ ਹੈ, ਸਾਰਿਆਂ ਨੂੰ ਕ੍ਰਾਈਸਿਸ ਹੈ। ਈਵਨ ਦਿੱਲੀ ਗਵਰਨਮੈਂਟ ਦੇ ਵਿੱਚ ਅਸੀਂ ਜਦੋਂ ਦੇਖਿਆ ਕਿ ਪਿੱਛੇ ਨਿਊਜ਼ ਆ ਰਹੀ ਸੀ ਕਿ ਦਿੱਲੀ ਗਵਰਨਮੈਂਟ ਕੋਲ ਇੰਨੇ ਫੰਡ ਨਹੀਂ ਹੈ ਕਿ ਦੇ ਆਰ ਏਬਲ ਟੂ ਪੇ ਦ ਸੈਲਰੀਜ਼ ਆਫ ਈਵਨ ਦ ਗਵਰਨਮੈਂਟ EMPLOYEES। तो similarly कि in case if government is facing such kind of problems, so definitely even the private bodies or educational institutions they are doing some of the wonderful activities, and we know in the entire country the major education it is being imparted by the private educational bodies। ਤੇ ਉਹਦੇ ਵਿੱਚ ਉਹਨਾਂ ਦਾ ਜਿਹੜਾ ਉਪਰਾਲਾ ਹੈ ਤੇ ਉਹਦੇ ਵਿੱਚ ਐਟਲੀਸਟ ਜਿਹੜਾ ਫੀਸਾਂ ਦਾ ਜਾਂ ਕੁਝ ਸਮਥਿੰਗ ਹੈ ਕਿ ਇਹ ਬੱਚੇ ਦੇ ਆਰ ਗੈਟਿੰਗ ਇਟ ਐਂਡ ਐਜੂਕੇਸ਼ਨ ਮਿਲ ਰਹੀ ਹੈ, ਸਾਰਾ ਕੁਝ ਚੱਲ ਰਿਹਾ ਤੇ ਉਹ ਬਹੁਤ ਜ਼ਿਆਦਾ ਇਸ਼ੂ ਹੋਣਾ ਨਹੀਂ ਚਾਹੀਦਾ, ਸੋ ਦੈਟ ਦੇ ਕੈਨ ਬੀ ਕੰਫਰਟੇਬਲ ਇਨ ਆਰਡਰ ਟੂ ਪੇ देयर ਸੈਲਰੀਜ਼ ਐਂਡ ਆਲ ਦੈਟ। ਤੇ ਇਹਦੇ ਵਿੱਚ ਗਵਰਨਮੈਂਟ ਨੂੰ ਐਜੂਕੇਸ਼ਨਲ ਬਾਡੀਜ਼ ਦਾ ਵੀ ਸਾਥ ਦੇਣਾ ਚਾਹੀਦਾ ਹੈ। ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਕਿਹਾ ਗਵਰਨਮੈਂਟ ਨੂੰ ਸਾਥ ਦੇਣਾ ਚਾਹੀਦਾ ਐਜੂਕੇਸ਼ਨਲ ਬਾਡੀਜ਼ ਦਾ। ਹਾਲ ਹੀ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦਾ ਇੱਕ ਪੈਕੇਜ ਜਿਹੜਾ ਅਨਾਊਂਸ ਕੀਤਾ, ਜਿਹਦੇ ਵਿੱਚ ਉਹਨਾਂ ਨੇ MSMEs ਨੂੰ ਫਾਇਦੇ ਦਿੱਤੇ ਨੇ, ਕਿਸਾਨਾਂ ਨੂੰ ਫਾਇਦੇ ਦਿੱਤੇ ਨੇ, ਫਾਈਨੈਂਸ ਸੈਕਟਰ ਨੂੰ ਫਾਇਦੇ ਦਿੱਤੇ ਨੇ, ਜਾਂ ਹੋਰ ਜਿਹੜੇ ਸੈਕਟਰਸ ਨੇ ਉਹਨਾਂ ਨੂੰ ਫਾਇਦੇ ਦਿੱਤੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਨੂੰ ਕੁਝ ਫਾਇਦਾ ਜਾਂ ਕੁਝ ਜਿਹੜਾ ਫੰਡ ਹੈ ਉਹ ਐਜੂਕੇਸ਼ਨ ਸੈਕਟਰ ਨੂੰ ਵੀ ਦੇਣਾ ਚਾਹੀਦਾ ਸੀ? ਕਿਉਂਕਿ ਇੱਕ ਪਾਸੇ ਉਹਨਾਂ ਨੇ ਫੀਸ ਲੈਣ ਤੋਂ ਵੀ ਮਨਾ ਕੀਤਾ ਗਾਰਡੀਅਨਸ ਤੋਂ, ਦੂਜੇ ਪਾਸੇ ਹੁਣ ਬਹੁਤ ਸਾਰੇ ਇੰਸਟੀਟਿਊਸ਼ਨਸ ਨੂੰ ਸੈਲਰੀਜ਼ ਦੇਣ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਇੰਸਟੀਟਿਊਸ਼ਨਸ ਨੂੰ ਫਾਇਦਾ ਦੇਣਾ ਚਾਹੀਦਾ ਸੀ? ਤੇ ਜੇਕਰ ਫਾਇਦਾ ਹੋਇਆ ਵੀ ਹੈ ਤੇ ਉਹ ਡਾਇਰੈਕਟ ਜਾਂ ਇਨਡਾਇਰੈਕਟ ਵੇ ਨਾਲ ਹੋਇਆ, ਤੁਹਾਨੂੰ ਕੀ ਲੱਗਦਾ? ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਉਪਰਾਲਾ ਬਹੁਤ ਅੱਛਾ ਹੈ ਕਿ ਮੇਕ ਇਨ ਇੰਡੀਆ ਐਂਡ ਆਲ ਦੈਟ, ਔਰ ਉਹਦੇ 'ਤੇ ਉਹਨਾਂ ਨੇ 20 ਲੱਖ ਕਰੋੜ ਦਾ ਇੱਕ ਪੂਰਾ ਪੈਕੇਜ ਬਣਾ ਕੇ ਵਿਦ ਰਿਗਾਰਡ ਟੂ ਦਾ 4 ਸੈਕਟਰਸ ਉਹਨਾਂ ਨੇ ਕੀਤਾ ਹੈ। ਫਰੋਮ ਐਜੂਕੇਸ਼ਨਲ ਪੁਆਇੰਟ ਆਫ ਵਿਊ ਜੇ ਮੈਂ ਕਹਾਂ ਤਾਂ ਉਹਦੇ ਵਿੱਚ ਐਜੂਕੇਸ਼ਨ ਸੈਕਟਰ ਨੂੰ ਥੋੜ੍ਹਾ ਹੋਰ ਫਾਇਦਾ ਇਸ ਤਰ੍ਹਾਂ ਵੀ ਦਿੱਤਾ ਜਾ ਸਕਦਾ ਹੈ ਕਿ ਜਿਹੜੇ ਉਹਨਾਂ 'ਤੇ ਟੈਕਸਿਸ ਹੈ ਜਾਂ ਸਮਥਿੰਗ EPF ਕੰਟਰੀਬਿਊਸ਼ਨ ਹੈ ਜਾਂ ESI ਕੰਟਰੀਬਿਊਸ਼ਨ ਹੈ EMPLOYEES ਦਾ, ਜਿਹੜੇ ਆਰਗੇਨਾਈਜੇਸ਼ਨਸ ਪੇ ਕਰ ਰਹੀਆਂ ਹੈ, ਉਹਦੇ 'ਤੇ ਮੈਂ EMPLOYEES ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ ਦਾ ਪੜ੍ਹ ਵੀ ਰਿਹਾ ਸੀ, ਦੇ ਆਰ ਪਲੈਨਿੰਗ ਕਿ ਪਰ ਉਹ ਜੇ ਇੱਕ ਐਗਜ਼ੀਕਿਊਟ ਹੋ ਜਾਵੇ ਕਿ ਜਿਹੜਾ ਕੰਟਰੀਬਿਊਸ਼ਨ EMPLOYER ਦਾ ਕੰਟਰੀਬਿਊਸ਼ਨ ਹੈ ਉਹ ਗਵਰਨਮੈਂਟ ਜੇ ਅਗਰ ਪੇ ਕਰ ਦੇਵੇ ਤੇ the major portion at least 10 to 20% of the financial burden of the organization ਉਹ ਗਵਰਨਮੈਂਟ ਜੇ ਬੇਅਰ ਕਰੇ ਤੇ ਹਰ ਇੰਸਟੀਟਿਊਸ਼ਨ ਉਸ ਨੂੰ ਚੀਜ਼ ਕਹੀ ਵੀ ਹੈ ਕਿ ਜਿਹੜਾ EMPLOYER ਹੈ ਉਹ ਸ਼ਾਇਦ EMPLOYER ਦਾ ਜਿਹੜਾ ਹਿੱਸਾ ਉਹ ਗਵਰਨਮੈਂਟ ਪੇ ਕਰੇਗੀ, ਸ਼ਾਇਦ ਇਸ ਚੀਜ਼ ਦੇ ਬਾਰੇ ਗੱਲਬਾਤ ਵੀ ਹੋਏ। ਉਹੀ EPF ਆਰਗੇਨਾਈਜੇਸ਼ਨ ਇਸ ਬਾਰੇ ਸੋਚ ਰਹੀ ਹੈ, ਪਰ ਇਹ ਐਗਜ਼ੀਕਿਊਟ ਹੋ ਜਾਵੇ ਜਾਂ ਮਤਲਬ ਕਿ ਕੁਝ ਜਿਹੜੇ ਉਪਰਾਲੇ ਚਲੋ ਗਵਰਨਮੈਂਟ ਕਰ ਰਹੀ ਹੈ ਇਹ ਬਹੁਤ ਅੱਛਾ ਹੈ, ਬਟ ਇਸ ਤਰ੍ਹਾਂ ਦੇ ਨਾਲ ਟੈਕਸ ਫਰੀ ਜਾਂ ਸਮਥਿੰਗ ਕੁਝ ਇਸ ਤਰ੍ਹਾਂ ਦੇ ਨਾਲ ਕੁਝ ਹੋਰ ਬੈਨੀਫਿਟ ਦੇ ਕੇ, ਇਨਸੈਂਟਿਵਸ ਦੇ ਕੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੀ ਵੀ ਮਦਦ ਕੀਤੀ ਜਾ ਸਕਦੀ ਹੈ। ਐਂਡ ਆਈ ਹੋਪ ਕਿ ਆਊਟ ਆਫ ਦਿਸ ਪੈਕੇਜ ਡੈਫੀਨੇਟਲੀ ਵੈਨ ਦਾ ਫਾਈਨਲ ਡਰਾਫਟ ਵਿਲ ਬੀ ਦੇਅਰ ਤੇ ਐਜੂਕੇਸ਼ਨ ਸੈਕਟਰ ਨੂੰ ਵੀ ਇਹਦਾ ਇੱਕ ਮੇਜਰ ਫਾਇਦਾ ਦਿੱਤਾ ਜਾਵੇਗਾ। ਸੋ ਸਾਡੀ ਇਹੀ ਰਿਕੁਐਸਟ ਵੀ ਹੈ ਔਰ ਇਹੀ ਐਕਸਪੈਕਟੇਸ਼ਨ ਵੀ ਹੈ ਕਿ ਉਹਦੇ ਵਿੱਚ ਫਾਈਨਾਂਸ ਮਿਨਿਸਟਰ ਜੀ ਵਾਈਲ ਡਿਵਾਈਜ਼ਿੰਗ ਦੈਟ ਡਰਾਫਟ ਕਿ ਉਹਦੇ ਵਿੱਚ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਕੁਛ ਨਾ ਕੁਛ ਉਹਦੇ ਵਾਸਤੇ ਇਨਸੈਂਟਿਵਸ ਜ਼ਰੂਰ ਰੱਖਣਗੇ।
ਤੁਹਾਨੂੰ ਕੀ ਲੱਗਦਾ ਹੈ ਜੇ ਆਪਾਂ ਕੰਪੈਰੀਜ਼ਨ ਕਰੀਏ ਇੱਕ ਛੋਟਾ ਜਿਹਾ ਕਿ ਪ੍ਰਾਈਵੇਟ ਇੰਸਟੀਟਿਊਸ਼ਨਸ ਤੇ ਗਵਰਨਮੈਂਟ ਇੰਸਟੀਟਿਊਸ਼ਨਸ ਲਾਕਡਾਊਨ ਦੇ ਦੌਰਾਨ, ਕਿਉਂਕਿ ਗਵਰਨਮੈਂਟ ਇੰਸਟੀਟਿਊਸ਼ਨ ਦੇ ਜੇ ਟੀਚਰਸ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਗਵਰਨਮੈਂਟ ਪੇ ਕੀਤਾ, ਦੈਟਸ ਫॉर ਸ਼ੋਰ। ਬਹੁਤ ਸਾਰੇ ਇੰਸਟੀਟਿਊਸ਼ਨ ਨੇ, ਹੁਣ ਮੈਂ ਫਿਰ ਉਹੀ ਸਵਾਲ ਆਉਂਦਾ ਕਿ ਉਹਨਾਂ ਨੇ ਉਹ ਹੱਦ ਤੱਕ ਪੇ ਨਹੀਂ ਕਰ ਪਾਏ ਕਿਉਂਕਿ ਉਹਨਾਂ ਨੂੰ ਫੀਸਾਂ ਨਹੀਂ ਆਈਆਂ। ਤੁਹਾਨੂੰ ਕੀ ਲੱਗਦਾ ਇਹ ਵਾਲਾ ਜਿਹੜਾ ਡਿਫਰੈਂਸ ਦੋਨਾਂ ਦੇ ਵਿੱਚ ਦਿਖਦਾ ਹੈ, ਇਹ ਕਿਤੇ ਨਾ ਕਿਤੇ ਜਿਹੜੇ ਟੀਚਰਸ ਨੇ ਉਹਨਾਂ ਨੂੰ ਡੀਮੋਰਲਾਈਜ਼ ਵੀ ਕਰਦਾ ਹੋਏਗਾ? ਜਿਹੜੇ ਇੰਸਟੀਟਿਊਸ਼ਨਸ ਡੈਫੀਨੇਟਲੀ ਹਾਲੇ ਤੱਕ ਜਾਂ ਸੈਲਰੀਜ਼ ਜਾਂ ਕੁਛ ਇਹਦੇ ਵਿੱਚ ਨਹੀਂ ਦੇ ਪਾ ਰਹੇ ਜਾਂ ਕੁਛ ਉਹਨਾਂ ਦੇ ਵਿੱਚ ਦਿੱਕਤ ਆ ਰਹੀ ਹੈ ਜਾਂ ਪੂਰਾ ਨਹੀਂ ਪੇ ਕਰ ਪਾ ਰਹੇ, ਤੇ ਉਹਦੇ ਵਿੱਚ ਡੈਫੀਨੇਟਲੀ ਇਹ ਇੱਕ ਬਹੁਤ ਵੱਡਾ ਡੀਮੋਰਲਾਈਜ਼ਿੰਗ ਇਫੈਕਟ ਤਾਂ ਰਹੇਗਾ ਟੀਚਰਸ ਲਈ। ਬਟ ਜਦੋਂ ਮੈਂ ਗੱਲ ਕਰਾਂ ਕਿ APJ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਦੀ ਮਾਰਚ ਪੇਡ ਇਨ ਅਪ੍ਰੈਲ ਐਂਡ ਅਪ੍ਰੈਲ ਪੇਡ ਇਨ ਮਈ ਐਂਡ ਈਵਨ ਮਈ ਪੇਡ ਇਨ ਜੂਨ, ਵੀ ਆਰ ਰੈਡੀ ਟੂ ਪੇ ਬਾਏ 20th of May, ਵੀ ਹੈਵ ਆਲਰੇਡੀ ਪੇਡ। ਤੋ ਇਸ ਤਰ੍ਹਾਂ ਦੇ ਨਾਲ ਡਿਪੈਂਡ ਕਰਦਾ ਹੈ ਕਿ ਇੰਸਟੀਟਿਊਸ਼ਨ ਟੂ ਇੰਸਟੀਟਿਊਸ਼ਨ ਜਾਂ ਸੋਸਾਇਟੀਜ਼ 'ਤੇ ਕਿ ਉਹ ਕਿਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਔਰ ਕਿਸ ਤਰ੍ਹਾਂ ਦਾ ਉਹਨਾਂ ਕੋਲ ਸਟਰਕਚਰ ਹੈ। ਐਂਡ ਸਮ ਆਰਗੇਨਾਈਜੇਸ਼ਨਸ ਦੇ ਆਰ ਔਨ ਵੈਰੀ ਫਾਊਂਡ ਫਾਈਨੈਂਸ਼ੀਅਲ ਫੁਟਿੰਗ ਐਂਡ ਦੇ ਆਰ ਟਰਾਈਂਗ ਟੂ ਪੇ। ਔਰ APJ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਦੀ ਮੈਂ ਤੁਹਾਨੂੰ ਹੁਣ ਦੱਸ ਕੇ ਹੀ ਹਟਿਆ ਕਿ ਅਸੀਂ ਜਿਹੜੀ ਈਵਨ ਅਪ੍ਰੈਲ ਪੇਡ ਇਨ ਮਈ ਹੈ ਉਹ ਆਲਰੇਡੀ ਅਸੀਂ 7 ਮਈ ਤੱਕ ਅਸੀਂ ਪੇ ਕਰ ਚੁੱਕੇ ਹਾਂ। ਔਰ ਨੈਕਸਟ ਮੰਥ ਦੀ ਪਲੈਨਿੰਗ ਹੈ ਜੋ ਸਾਡੀ 15 ਦਿਨ ਪਹਿਲਾਂ ਐਡਵਾਂਸ ਦੇ ਵਿੱਚ ਹੋ ਜਾਂਦੀ ਹੈ ਬਾਈ ਹੈਵਿੰਗ ਦਾ ਲੀਵ ਰਿਕਾਰਡ ਐਂਡ ਆਲ ਦੈਟ। ਤੇ ਵੀ ਆਰ ਸ਼ੋਰ ਕਿ ਵੀ ਆਲ ਆਰ ਗੈਟਿੰਗ ਇਟ ਐਂਡ ਵੀ ਵਿਲ ਪੇ ਦੈਟ। ਜੇਕਰ ਗੱਲ ਕਰੀਏ, ਚਲੋ ਕੁਛ ਹੱਦ ਤੱਕ ਤੁਸੀਂ ਤਾਂ ਆਪਣੇ ਟੀਚਰਸ ਨੂੰ ਫੈਸਿਲਿਟੀਜ਼ ਦਿੱਤੀਆਂ, ਤੁਸੀਂ ਆਪਣੇ ਸਟੂਡੈਂਟਸ ਨੂੰ ਫੈਸਿਲਿਟੀਜ਼ ਦਿੱਤੀਆਂ। ਜੇਕਰ ਆਪਾਂ ਗੱਲ ਕਰੀਏ ਜਨਰਲ ਇੰਸਟੀਟਿਊਸ਼ਨ ਦੇ, ਜਨਰਲ ਇੱਕ ਅਕਾਊਂਟ ਲੈ ਲਈਏ ਇੰਸਟੀਟਿਊਸ਼ਨ ਦਾ, ਜੇ ਤੁਸੀਂ ਉਹਨਾਂ ਲਈ ਕੋਈ ਅਗਰ ਗਵਰਨਮੈਂਟ ਦੇ ਸਾਹਮਣੇ ਮੰਗ ਰੱਖਣਾ ਚਾਹੋਗੇ ਤੇ ਉਹ ਤੁਹਾਡੀ ਮੰਗ ਕੀ ਹੋਏਗੀ? ਉਸ ਦੇ ਰਿਗਾਰਡਿੰਗ ਗਵਰਨਮੈਂਟ ਤੋਂ ਸਾਡੀ ਗੁਜ਼ਾਰਿਸ਼ ਇਹੀ ਹੋਏਗੀ ਕਿ ਜਿਹੜਾ ਪੈਕੇਜ ਗਵਰਨਮੈਂਟ ਨੇ ਡਿਕਲੇਅਰ ਕੀਤਾ ਹੈ ਕਿ ਉਹਦੇ ਵਿੱਚ ਇੱਕ ਕੰਪਨਸੇਟਰੀ ਪਲਾਨ ਐਜੂਕੇਸ਼ਨਲ ਇੰਸਟੀਟਿਊਸ਼ਨਸ ਦਾ ਵੀ ਰੱਖਿਆ ਜਾਵੇ, ਕਿਉਂਕਿ ਬਹੁਤ ਹਿਊਜ ਫੰਡ ਮੋਦੀ ਜੀ ਨੇ ਕ੍ਰੀਏਟ ਕੀਤਾ ਹੈ ਕਿ ਉਹਦੇ ਵਿੱਚ ਐਟਲੀਸਟ ਕੁਛ ਪਰਸੈਂਟੇਜ of the pay structure or something ਜੇ ਗਵਰਨਮੈਂਟ ਵੱਲੋਂ ਕਰ ਦਿੱਤਾ ਜਾਵੇ ਤੇ ਮੇਰੇ ਖਿਆਲ ਨਾਲ ਕੋਈ ਵੀ ਇੰਸਟੀਟਿਊਸ਼ਨ ਇਸ ਬਾਰੇ ਮੇਰੇ ਖਿਆਲ ਵਿਚਾਰ ਵੀ ਨਹੀਂ ਕਰੇਗਾ ਕਿ ਵੀ ਹਾਂ ਅਸੀਂ ਕੋਈ ਰਿਟੈਂਚਮੈਂਟ ਕਰਨੀ ਹੈ ਜਾਂ ਅਸੀਂ ਸੈਲਰੀ ਦੇ ਵਿੱਚ ਕੱਟ ਕਰਨਾ ਹੈ ਜਾਂ ਕੁਛ ਕਰਨਾ ਹੈ। ਔਰ ਮੈਂ ਤੁਹਾਨੂੰ ਦੱਸਾਂ ਡਿਸਪਾਈਟ ਆਫ ਦਿਸ ਫੈਕਟ ਸਾਡੀ ਸਾਰੀ ਫੈਕਲਟੀ ਨੇ 1 ਡੇ ਸੈਲਰੀ ਇਹ PM ਕੇਅਰਸ ਫੰਡ ਨੂੰ ਇਸ ਵਾਰ ਕੀਤੀ ਹੈ। ਐਂਡ APJ ਐਜੂਕੇਸ਼ਨ ਸੁਸਾਇਟੀ ਦੇ ਆਰ having 26 institutions and 1 university, APJ ਸੱਤੇ ਯੂਨੀਵਰਸਿਟੀ, ਉਹਨਾਂ ਦੇ ਵਿੱਚ ਸਾਰੇ EMPLOYEES ਦੇ ਮਿਲ ਕੇ ਜਿਹੜਾ ਇਹ ਉਪਰਾਲਾ ਕੀਤਾ ਹੈ। ਇਹਦਾ ਫੰਡ ਮੇਰਾ ਖਿਆਲ ਟੋਟਲ ਅਮਾਊਂਟ ਹਾਲੇ ਆਉਣੀ ਬਾਕੀ ਹੈ, ਸੋ ਇਹ PM ਕੇਅਰ ਫੰਡ ਦੇ ਵਿੱਚ ਜਮ੍ਹਾਂ ਹੋਣ ਜਾ ਰਿਹਾ ਹੈ। ਤੋ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਉਸ ਰਿਗਾਰਡਿੰਗ ਮਦਦ ਵੀ ਕਰ ਰਹੀਆਂ ਹੈ ਔਰ ਸਾਡਾ ਇਹੀ ਗੁਜ਼ਾਰਿਸ਼ ਹੈ ਫਰੋਮ ਦਾ ਪੁਆਇੰਟ ਆਫ ਵਿਊ ਆਫ all other educational institutions ਕਿ ਕੁਛ ਨਾ ਕੁਛ ਪਰਸੈਂਟੇਜ ਜੋ ਐਕਸਪੈਂਡੀਚਰ ਸਟਰਕਚਰ ਹੈ ਜਾਂ ਐਕਸਪੈਂਡੀਚਰ ਹੈ ਉਹਦੇ ਵਿੱਚੋਂ ਕੁਛ ਨਾ ਕੁਛ ਐਜ਼ ਏ ਕੰਪਨਸੇਟਰੀ ਪਲਾਨ ਬਣਾ ਕੇ ਉਹਨਾਂ ਇੰਸਟੀਟਿਊਸ਼ਨਸ ਨੂੰ ਫਾਇਦਾ ਦਿੱਤਾ ਜਾਵੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਦੈਨਿਕ ਸਵੇਰਾ ਨੂੰ ਦਿੱਤਾ, ਤੇ ਜਿਹੜੀਆਂ ਪ੍ਰੋਬਲਮਸ ਇੰਸਟੀਟਿਊਸ਼ਨਸ ਨੂੰ ਆਈਆਂ ਤੁਸੀਂ ਉਹ ਵੀ ਸਾਂਝੀਆਂ ਕੀਤੀਆਂ, ਜਿਸ ਤਰੀਕੇ ਨਾਲ ਪ੍ਰੋਬਲਮਸ ਤੁਸੀਂ ਹੱਲ ਲੱਭੇ ਨੇ ਉਹ ਵੀ ਜਿਹੜੇ ਸਾਡੇ ਦਰਸ਼ਕਾਂ ਨੂੰ ਦੱਸੇ ਨੇ। ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ। ਸੋ ਇਹ ਸਨ ਸਾਡੇ ਨਾਲ ਡਾਕਟਰ ਰਾਜੇਸ਼ ਬੱਗਾ ਜੋ ਕਿ ਡਾਇਰੈਕਟਰ ਨੇ APJ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਦੇ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਸਟੂਡੈਂਟਸ ਦੀ ਪੜ੍ਹਾਈ ਦਾ ਨੁਕਸਾਨ ਬਚਾਉਣ ਦੇ ਲਈ ਇਹਨਾਂ ਨੇ ਆਨਲਾਈਨ ਸਟੱਡੀਜ਼ ਜਿਹੜੀਆਂ ਉਹਨਾਂ ਨੇ ਆਪਣੇ ਸਟੂਡੈਂਟਸ ਨੂੰ ਪ੍ਰੋਵਾਈਡ ਕੀਤੀਆਂ, ਮੋਡਿਊਲਸ ਪ੍ਰੋਵਾਈਡ ਕੀਤੇ, ਤੇ ਨਾਲ ਹੀ ਨਾਲ ਜਿਹੜੇ ਹੋਰ ਇੰਸਟੀਟਿਊਸ਼ਨਸ ਜਿਹੜੇ ਨਹੀਂ ਪ੍ਰੋਪਰ ਤਰੀਕੇ ਦੇ ਨਾਲ ਆਪਣੇ ਟੀਚਰਸ ਦਾ ਖਿਆਲ ਰੱਖ ਪਾ ਰਹੇ ਸੀ ਜਾਂ ਉਹਨਾਂ ਨੂੰ ਕੁਛ ਅਗਰ ਦਿੱਕਤਾਂ ਆਈਆਂ ਨੇ ਤੇ ਉਸ ਦੇ ਲਈ ਉਹਨਾਂ ਨੇ ਸਰਕਾਰ ਨੂੰ ਇਹ ਵੀ ਮੰਗ ਕੀਤੀ ਕਿ ਇੱਕ ਕੰਪਨਸੇਟਰੀ ਜਿਹੜਾ ਪੈਕੇਜ ਹੈ ਉਹਨਾਂ ਇੰਸਟੀਟਿਊਸ਼ਨ ਨੂੰ ਜ਼ਰੂਰ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਜਿਹੜਾ ਸਟੂਡੈਂਟਸ ਤੇ ਕਾਲਜ ਦਾ ਤੇ ਟੀਚਰਸ ਤੇ ਸਟੂਡੈਂਟਸ ਦਾ ਇੱਕ ਰਿਸ਼ਤਾ ਉਹਦੇ ਵਿੱਚ ਜਿਹੜਾ ਹੈ ਉਹ ਪ੍ਰੋਪਰ ਹੋਰ ਜਿਹੜਾ ਸਟਰੋਂਗ ਬੌਂਡ ਬਣ ਸਕੇ। ਕੈਮਰਾ ਪਰਸਨ ਸੁਖਿੰਦਰ ਸਿੰਘ ਦੇ ਨਾਲ ਮੈਂ ਸਾਹਿਲ ਨਰੂਲਾ, ਦੈਨਿਕ ਸਵੇਰਾ TV ਜਲੰਧਰ ਤੋਂ।